ਸੁੱਟ ਦੇਣੀ। ਜਿਹੜੀਆਂ ਮੱਝਾਂ ਤਰੂ ਪੈਂਦੀਆਂ ਨੇ ਉਹਨਾਂ ਮੱਝਾਂ ਦਾ ਕੀ ਮਈਆਂ ਦਾ ਪ੍ਰੋਪਰ ਡਾਕਟਰ ਕੋਲੋਂ ਇਲਾਜ ਕਰਵਾਈਏ ਤਾਂ ਮਈਆਂ ਉਹ ਦੂਸਰੇ ਸੂਏ ਸੁਣਨੀਆਂ ਨੇ, ਨਹੀਂ ਤਾਂ ਫਿਰ ਉਹ ਅਗਲੇ ਸੂਏ ਫਿਰ ਜਾ ਸੁੱਟਦੇ ਨੇ। ਜਾ ਵਗੈਰਾ ਨੇ ਇਹਨਾਂ ਦੀ ਖੁਰਾਕ ਮੱਝਾਂ ਤੋਂ ਕੋਈ ਅਲੱਗਾ ਰੱਖਣੀ ਚਾਹੀਦੀ ਹੈ ਜਾਂ ਸੇਮ ਹੀ ਹੋਣੀ ਚਾਹੀਦੀ ਹੈ? ਨਹੀਂ, ਅਲੱਗਾ ਰੱਖਣੀ ਚਾਹੀਦੀ ਹੈ। ਅਲੱਗਾ ਇਹਨਾਂ ਦੀ ਕੀ ਖੁਰਾਕ ਹੋਣੀ ਚਾਹੀਦੀ ਹੈ? ਬੱਚੇ ਨੇ ਇਹਨਾਂ ਲਈ ਕੋਈ ਨਾਰਮਲ ਮੇਰੇ ਖਿਆਲ ਨਾਲ ਹੋਣੀ ਚਾਹੀਦੀ ਹੈ ਜਾਂ ਜਿਵੇਂ ਬਿਹਤਰ ਤੁਸੀਂ ਦੱਸ। अस्सलामुअलैकुम। वालेकुम सलाम। अच्छा, पार्ट 2 लैके दोस्तों तुहाडी खिदमत च हाज़र होए हैं। अज तुहानू ये दस्सिया जाएगा कि मझां दे हवाले नाल या कट्टियां कट्टियां दे हवाले नाल किहड़ियां बीमारियां हुंदियां ने और उन्हां दे इलाज किहड़े हुंदे ने। अच्छा डोगर साहब, डंगरां दियां तुहाडे हिसाब दे नाल जिहड़ियां बहुत ही खास बीमारियां ने वो किन्नियां क ने? बीमारियां 5-4 ते खास बीमारियां ने जिहड़ियां माल नूं नुकसान बहुत देंदियां ने। पहली बीमारी है ठोर। ठीक है। मूँह खोर, ये जो आती है माल बहुत मजबूर हो जाता तुरन तो मूँह तो ना पट्ठा दत्ता खांदा। ਇਹਦਾ हल की है ठोर ते मूँह खोर दा? ठोर दा ये हल है कि नीला थोथा ला के पैरों ते पाओ ते मूँह दे विच शक्कर बेसन मलो ते देसी घ्यो दवो या डालडा घ्यो दवो ते छेती बीमारी तो निजात पा लवो। ये किस वजह तो हुंदा? अक्सर लोग जेड़े कुट्टल पांदे ने माल नूं ओहदे तो ये नुकसान हुंदा। कुट्टल पाना माल नूं चंगा है या नहीं? बहुत बुरा, बहुत बुरा जुल्म। ये कुट्टल कौन लोग पांदे ने? ਜਿਹੜੇ ਗੁਜਰ ਲੋਕ ਕਿਸ਼ਤਾਂ ਦੇ ਮਾਲ ਲਿਆ ਹੁੰਦਾ, ਮਹਿੰਗਾਈ ਇਹ ਪੇਸ਼ ਜਾਂਦੀ ਨਹੀਂ। ਠੀਕ ਹੈ। ਉਹ ਕੁੱਟਲ ਪਏ ਪਾਉਂਦੇ ਨੇ, ਮਜਬੂਰੀਆਂ ਨੂੰ ਪਾਉਂਦੇ ਨੇ। ਠੀਕ ਹੋ ਗਿਆ। ਨਹੀਂ ਚਾਹੀਦਾ। ਅੱਛਾ, ਕੁੱਟਲ ਇਹਦੇ ਕੀ ਨੁਕਸਾਨਾਤ ਨੇ? ਇਹਦੇ ਤੋਂ ਬਿਮਾਰੀ ਜਲਦੀ ਲੱਗਦੀ ਹੈ? ਕੁੱਟਲ ਤੋਂ ਬਹੁਤ ਛੇਤੀ ਬਿਮਾਰੀ ਲੱਗਦੀ ਹੈ। ਕੁੱਟਲ ਦੇ ਬਹੁਤ ਗੰਦੇ ਜਰਾਸੀਮ ਨੇ ਜਿਹੜੇ ਮਾਲ ਨੂੰ ਛੇਤੀ ਤੋਂ ਛੇਤੀ ਨੁਕਸਾਨ ਦਿੰਦੇ ਨੇ। ਅੱਛਾ, ਹੋਰ ਕਿਹੜੀ ਬਿਮਾਰੀ ਦੱਸਣਾ ਚਾਹੋਗੇ? ਹੋਰ ਜਿਹੜੇ ਛੋਟੇ ਜਾਰ ਨੇ 6-6 ਮਹੀਨਿਆਂ ਦੇ 7-7 ਮਹੀਨਿਆਂ ਦੇ, ਇਹਨਾਂ ਨੂੰ ਨਿਲਜ਼ਨ ਦਵਾਈ ਪਿਆਣੀ ਚਾਹੀਦੀ ਹੈ ਜੀ। ਤੇ ਇਹ ਵੀ ਤੰਦਰੁਸਤ ਸਿਹਤ ਯਾਫਤਾ ਹੁੰਦਾ। ਨਿਲਜ਼ਨ ਬਿਮਾਰੀ ਦਾ ਕੀ ਕਰਦਾਰ ਹੈ? ਨਿਲਜ਼ਨ ਦਾ ਇਹ ਵੇ ਵੀ ਉਹ ਅੰਦਰ ਮਲਾਪ ਕੀੜੇ ਹੁੰਦੇ ਨੇ। ਠੀਕ ਹੈ। ਇਹਨਾਂ ਜਾਵਾਂ ਦੇ ਉਹ ਬਿਮਾਰੀ ਤੋਂ ਨਿਜਾਤ ਪਾ ਜਾਂਦੇ ਨੇ। ਜੇ ਪਿਆਈਏ ਤੇ 2-3 ਵਾਰੀ ਪਿਆਈਏ ਤੇ ਬੱਚੇ ਜਿਹੜੇ ਨੇ ਸਿਹਤਮੰਦ ਹੋ ਜਾਂਦੇ। ਅੱਛਾ, ਜਿਹੜੀਆਂ ਮੱਝਾਂ ਦੇ ਥਣ ਖਰਾਬ ਹੁੰਦੇ ਨੇ, ਹਾਂਜੀ, ਉਹਦੇ ਬਾਰੇ ਚ ਕੀ ਹਦਾਇਤ? ਜਿਹੜੀਆਂ ਮੱਝਾਂ ਦੇ ਥਣਾਂ ਨੂੰ ਸਾੜੂ ਪੈਂਦਾ ਉਹਨਾਂ ਨੂੰ ਹਲਦੀ ਦਿੱਤੀ ਜਾਏ ਤੇ ਉਹ ਬਹੁਤ ਬਿਹਤਰ ਹੋ ਜਾਂਦੇ ਨੇ। ਹਲਦੀ ਤੋਂ ਬਾਅਦ ਇੱਕ ਹੋਰ ਬਿਮਾਰੀ, ਇਹ ਵੀ ਇਲਾਜ ਦੇਸੀ ਹੋਈ ਇਸ ਬਿਮਾਰੀ ਦਾ ਜੀ। ਲੂਣ ਜਿਹੜਾ ਨਾ ਲੂਣ ਕਾੜ ਕੇ ਦਿੱਤਾ ਜਾਏ ਤੇ ਉਹ ਵੀ ਸਾੜੂ ਦਾ ਬੜਾ ਇਲਾਜ। ਅੱਛਾ, ਕੁਝ ਮੱਝਾਂ ਸਖਤ ਹੁੰਦੀਆਂ ਨੇ ਬਹੁਤ ਜ਼ਿਆਦਾ, ਉਹਨਾਂ ਮੱਝਾਂ ਨੂੰ ਘਿਓ ਦਿੱਤਾ ਜਾਏ ਸੂਣ ਵਾਲੀਆਂ ਨੂੰ ਤੇ ਨਿੰਬੂ ਦਿੱਤੇ ਜਾਣ। ਠੀਕ ਹੈ। ਮਈਆਂ ਪੋਲੀਆਂ ਹੋ ਜਾਂਦੀਆਂ ਨੇ, ਬਿਲਕੁਲ ਪੋਲੀਆਂ ਹੋ ਜਾਂਦੀਆਂ। ਠੀਕ ਹੋ ਗਿਆ। ਅੱਛਾ, ਜਿਹੜੀਆਂ ਮੱਝਾਂ ਨੂੰ ਨਿੰਬੂ ਤੇ ਘਿਓ ਵਗੈਰਾ ਦਿੱਤਾ ਜਾਂਦਾ ਉਹ ਸੂਣ ਤੋਂ ਕਿੰਨੀ ਦੇਰ ਪਹਿਲਾਂ? ਸੂਣ ਤੋਂ ਮਹੀਨਾ ਪਹਿਲਾਂ ਦੇਣ ਲੱਗ ਪਵੋ, 20 ਦਿਨ ਪਹਿਲਾਂ ਦੇਣ ਲੱਗ ਪਵੋ। ਕਿੰਨਾ ਕੁ ਦੇਣਾ ਚਾਹੀਦਾ? ਕਮ ਅਜ਼ ਕਮ ਧੜੀ ਘਿਓ ਤੇ ਬੰਦਾ ਦੇ 2 ਕਿਲੋ ਨਿੰਬੂ ਦੇ ਦੇ। ਠੀਕ ਹੋ ਗਿਆ। ਇਹ ਬਿਹਤਰ ਆਪਸ਼ਨ ਹੈ। ਹਾਂਜੀ, ਠੀਕ ਹੋ ਗਿਆ। ਅੱਛਾ, ਹੋਰ ਇਹ ਕਈ ਜਿਹੜੀਆਂ ਮੱਝਾਂ ਹੁੰਦੀਆਂ ਨੇ ਉਹਨਾਂ ਦਾ ਇਹ ਵੀ ਹੁੰਦਾ ਕਿ ਜਿਨ੍ਹਾਂ ਦੇ ਲੋਕੀ ਮੁਲਾਜ਼ਮ ਮੱਝਾਂ ਚੋਂਦੇ ਨੇ ਉਹ ਥਣ ਛਣ ਧੋਂਦੇ ਨਹੀਂ ਜਾਂ ਕੋਈ ਦੁੱਧ ਪੂਰਾ ਨਹੀਂ ਚੋਂਦੇ, ਉਸ ਵਜ੍ਹਾ ਤੋਂ ਵੀ ਖਰਾਬ ਹੁੰਦੀਆਂ ਨੇ। ਹਾਂਜੀ, ਥਣ ਫੁੱਟ ਜਾਂਦੇ ਨੇ। ਠੀਕ ਹੈ। ਹੋਰ ਜਿਹੜੇ ਜਾਨਵਰ ਨੇ ਜਾ ਵਗੈਰਾ ਨੇ ਇਹਨਾਂ ਦੀ ਖੁਰਾਕ ਮੱਝਾਂ ਤੋਂ ਕੋਈ ਅਲੱਗਾ ਰੱਖਣੀ ਚਾਹੀਦੀ ਹੈ ਜਾਂ ਸੇਮ ਹੀ ਹੋਣੀ ਚਾਹੀਦੀ ਹੈ? ਨਹੀਂ, ਅਲੱਗਾ ਰੱਖਣੀ ਚਾਹੀਦੀ ਹੈ। ਅਲੱਗਾ ਇਹਨਾਂ ਦੀ ਕੀ ਖੁਰਾਕ ਹੋਣੀ ਚਾਹੀਦੀ ਹੈ? ਬੱਚੇ ਨੇ ਇਹਨਾਂ ਲਈ ਕੋਈ ਨਾਰਮਲ ਮੇਰੇ ਖਿਆਲ ਨਾਲ ਹੋਣੀ ਚਾਹੀਦੀ ਹੈ ਜਾਂ ਜਿਵੇਂ ਬਿਹਤਰ ਤੁਸੀਂ ਦੱਸਣਾ ਚਾਹੋ? ਇਹਨਾਂ ਨੂੰ ਚੋਖਰ ਪਾਉਣਾ ਚਾਹੀਦਾ, ਚੋਖਰ ਨਾਲ ਜਾਪ ਫੁੱਲਦੇ ਨੇ। ਠੀਕ ਹੈ। ਅੱਛਾ, ਜਿਹੜੀ ਮੱਝ ਲੋਕੀ ਵੇਚਦੇ ਨੇ ਸੂਣ ਵਾਲੀ, ਉਹਨੂੰ ਮੰਡੀ 'ਚ ਖੜਨ ਤੋਂ ਪਹਿਲਾਂ ਬਹਾਨਾ ਸ਼ਾਨਾ ਵੱਡਾ ਕਰਨ ਲਈ ਜਾਂ ਉਹ ਕੀ ਤਰਕੀਬ ਲੋਕੀ ਲਾਉਂਦੇ ਨੇ? ਟੀਕੇ ਲਾ ਲੈਂਦੇ ਨੇ ਲੋਕ। ਹੁਣ ਐਸਾ ਦੌਰ ਆਇਆ, ਟੀਕੇ ਲਾ ਲੈਂਦੇ ਨੇ ਟੀਕਿਆਂ ਨਾਲ। ਠੀਕ ਹੈ। ਯਾਨੀ ਕਿ ਆਰਟੀਫੀਸ਼ੀਅਲ ਕੰਮ ਕਰਕੇ ਮੰਡੀਆਂ 'ਚ ਖੜਦੇ ਨੇ। ਗਾਈਆਂ ਦਾ ਵੀ ਇਹ ਹਿਸਾਬ ਹੁੰਦਾ? ਗਾਈਆਂ ਦਾ ਵੀ ਇਹੋ ਹੀ, ਮਈਆਂ ਦਾ ਵੀ ਇਹੋ ਹੀ। ਠੀਕ ਹੈ। ਅੱਛਾ, ਜਿਹੜੀ ਮੱਝ ਸੂ ਪੈਂਦੀ ਹੈ ਉਹਦੀ ਜੇਰ ਅਗਰ ਉਹ ਨਹੀਂ ਸੁੱਟਦੀ, ਜੇਰ ਸਟਾਉਣ ਲਈ ਕਿਹੜੇ ਸਾਨੂੰ ਇhtiyati ਤਦਾਬੀਰ? ਜਿਹੜੀਆਂ ਮੱਝਾਂ ਜ਼ੋਰ ਨਹੀਂ ਸੁੱਟਦੀਆਂ ਉਹਨਾਂ ਮਈਆਂ ਨੂੰ ਮੂੰਜੀ ਪਾਈਏ ਤਾਂ ਜੇਰ ਸੁੱਟ ਦਿੰਦੀਆਂ ਨੇ। ਉਹਨਾਂ ਮਈਆਂ ਨੂੰ ਕਣਕ ਤੇ ਗੁੜ ਦਈਏ ਤਾਂ ਸੁੱਟ ਦਿੰਦੀਆਂ ਨੇ। ਉਹਨਾਂ ਮਈਆਂ ਨੂੰ ਇਸ ਤੋਂ ਇਲਾਵਾ ਟੀਕੇ ਹੁਣ ਨਿਕਲੇ ਨੇ, ਟੀਕੇ ਲਾਈਏ ਤੇ ਜ਼ੋਰ ਸੁੱਟ ਦਿੰਦੀਆਂ। ਜਿਹੜੀਆਂ ਮੱਝਾਂ ਤਰੂ ਪੈਂਦੀਆਂ ਨੇ ਉਹਨਾਂ ਮੱਝਾਂ ਦਾ ਕੀ? ਮਈਆਂ ਦਾ ਪ੍ਰੋਪਰ ਡਾਕਟਰ ਕੋਲੋਂ ਇਲਾਜ ਕਰਵਾਈਏ ਤਾਂ ਮਈਆਂ ਉਹ ਦੂਸਰੇ ਸੂਏ ਸੁਣਨੀਆਂ ਨੇ, ਨਹੀਂ ਤਾਂ ਫਿਰ ਉਹ ਅਗਲੇ ਸੂਏ ਫਿਰ ਜਾ ਸੁੱਟ ਦਿੰਦੀਆਂ। ਉਹ ਡਾਕਟਰ ਕੀ ਉਹਦੇ ਚ ਉਹਦਾ ਇਲਾਜ? ਉਹਦੀ ਬੱਚੇ ਦਾ ਨਹੀਂ, ਜੇ ਸਫਾਈ ਕਰਦੇ ਨੇ ਤੇ ਦਵਾਈ ਰੱਖਦੇ। ਠੀਕ ਹੈ।
ਅੱਛਾ, ਜਿਹੜੀ ਅੱਜ ਕੱਲ ਬਰੀਡਿੰਗ ਹੁੰਦੀ ਹੈ ਨਸਲ ਕਸ਼ੀ ਮੱਝਾਂ ਦੀ ਜਾਂ ਗਾਵਾਂ ਦੀ, ਉਹਦੇ ਵਿੱਚ ਆਰਟੀਫੀਸ਼ੀਅਲ ਸਾਨੂੰ ਰੱਖਣਾ ਚਾਹੀਦਾ ਹੈ ਜਾਂ ਐਕਚੁਅਲੀ ਸਾਨੂੰ ਸੰਡੇ ਕੋ ਬਰੀਡ ਕਰਵਾਉਣੀ ਚਾਹੀਦੀ ਹੈ? ਸੰਡੇ ਕੋ ਬਰੀਡ ਕਰਵਾਉਣੀ ਚਾਹੀਦੀ ਹੈ। ਬਾਕੀ ਜਿਹੜੇ ਨਸਲ ਕਸ਼ੀ ਹੈ ਉਹ ਚੰਗੇ ਟੀਕੇ ਵੀ ਲਵਾਉਣੇ ਚਾਹੀਦੇ ਨੇ। ਜਿਹੜੀਆਂ ਗਾਈਆਂ ਮਈਆਂ ਖਲੋਂਦੀਆਂ ਨੇ ਉਹ ਟੀਕੇ ਵੀ ਲਵਾ ਲਓ ਤੇ ਬਿਹਤਰ ਹੈ। ਠੀਕ ਹੈ, ਦੋਵੇਂ ਹੀ ਆਪਸ਼ਨਾਂ ਠੀਕ ਨੇ। ਠੀਕ ਨੇ। ਇਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਘੱਟ ਹੈ ਜਾਂ ਇਹ ਵੱਧ ਹੈ। ਜਿੰਨੇ ਪੈਸਿਆਂ ਦਾ ਟੀਕਾ ਲਵਾਓ ਓਡਾ ਚੰਗਾ। ਠੀਕ ਹੋ ਗਿਆ। ਅੱਛਾ, ਜਿਹੜੀ ਮੱਝ ਗੋਹਾ ਪਤਲਾ ਕਰਦੀ ਹੈ ਜਾਂ ਅੰਦਰ ਉਹਦਾ ਮਿਹਦਾ ਸ਼ਿੱਦਾ ਖਰਾਬ ਹੁੰਦਾ, ਉਹਦੇ ਲਈ ਕੀ ਹੱਲ ਹੈ? ਕਈ ਵਜ੍ਹਾ ਹੁੰਦੀਆਂ ਨੇ ਜਿਹਦੇ ਤੋਂ ਗੋਹਾ ਪਤਲਾ ਕਰਦੀਆਂ ਨੇ। ਕਈਆਂ ਮਈਆਂ ਨੂੰ ਮਿੱਠਾ ਜ਼ਹਿਰ ਹੁੰਦਾ, ਉਹਨਾਂ ਨੂੰ ਸਿਆਲ 'ਚ ਤੇਲ ਦਿੱਤਾ ਜਾਏ, ਮਿੱਠਾ ਤੇਲ। ਠੀਕ ਹੈ। ਤੇ ਉਹ ਗੋਹਾ ਸਖਤ ਕਰ ਜਾਂਦੀਆਂ। ਠੀਕ ਹੋ ਗਿਆ। ਅੱਛਾ, ਕਈਆਂ ਮੱਝਾਂ ਦੀ ਪੂਛਲ ਵੱਢਣੀ ਪੈ ਜਾਂਦੀ ਹੈ, ਉਹ ਕਿਸ ਵਜ੍ਹਾ ਤੋਂ ਵੱਢਣੀ ਪੈਂਦੀ ਹੈ? ਕੀੜੀ ਲੱਗੀ ਹੁੰਦੀ ਹੈ, ਇਸ ਵਜ੍ਹਾ ਤੋਂ ਵੱਢਣੀ ਪੈਂਦੀ ਹੈ। ਪੂਛਲ ਤਲਦੇ ਉਹ ਪੂਛਲ ਵੱਢ ਕੇ ਤਲਣ ਦਾ ਤਰੀਕਾਕਾਰ ਕੀ ਹੈ? ਉਹ ਤਰੀਕਾਕਾਰ ਇਹ, ਤੇਲ ਪਾ ਲਓ ਕਿਸੇ ਡੱਬੇ ਦੇ ਵਿੱਚ ਅੱਧਾ ਕਿਲੋ। ਠੀਕ ਹੈ। ਤੇ ਚੰਗੀ ਤਰ੍ਹਾਂ ਤੱਤਾ ਕਰ ਲਓ। ਸਹੀ ਹੈ। ਤੇ ਪੂਛਲ ਜਿਹੜੀ ਉਹ ਕੱਟ ਕੇ ਜੀ ਵਿੱਚ ਡੋਬ ਦਵੋ, ਪੂਛਲ ਤਲ ਕੱਤੇਗੀ। ਠੀਕ ਹੋ ਗਿਆ। ਉਸ ਤੋਂ ਬਾਅਦ ਫਿਰ ਕੀੜੀ ਜਿਹੜਾ ਨਾ ਉਹ ਹਮਲਾ ਫੇਰ ਨਹੀਂ ਲੱਗਦੀ। ਉਹ ਹਮਲਾ। ਅੱਛਾ, ਕਈਆਂ ਮੱਝਾਂ ਦੇ ਸਿੰਗ ਟੁੱਟ ਜਾਂਦੇ ਨੇ। ਹਾਂਜੀ, ਉਹ ਇੱਕ ਮਸਾਲਾ ਹੈ। ਅੱਛਾ। ਗੈਸ ਵੈਲਡ। ਠੀਕ ਹੈ। ਉਹਦਾ ਉਹ ਮਸਾਲਾ ਲਿਆਈਏ, ਉਹਨੂੰ ਕੱਪੜ ਛਾਣ ਕਰੀਏ, ਉਹ ਉੱਤੇ ਪਾਈਏ। ਸਹੀ ਹੈ। ਜਿਸ ਤਰ੍ਹਾਂ ਦਾ ਮਰਜ਼ੀ ਮੱਝ ਦਾ ਸਿੰਗ ਦਾ ਜ਼ਖਮ ਹੋਏ, ਠੀਕ ਹੈ, ਉਹ ਖਤਮ ਹੋ ਜਾਂਦਾ। ਠੀਕ ਹੋ ਗਿਆ। ਅੱਛਾ, ਜਿਹੜੀ ਮੱਝ ਆਪਣਾ ਗੱਭਣ ਹੋਏ ਹੀ ਨਾ, ਯਾਨੀ ਕਿ ਆਪਣੇ ਟਾਈਮ ਤੇ ਹੀ ਨਾ ਆਏ ਕਿ ਬਰੀਡ ਕਰਾਉਣ ਤੇ, ਉਹਨੂੰ ਕੀ ਦੇਣਾ ਚਾਹੀਦਾ? ਠੰਡਾ ਵਿੱਚ ਹੋਏ ਹੋ ਜਾਂਦੀਆਂ ਨੇ। ਹੁਣ ਟੀਕੇ ਨਿਕਲੇ ਨੇ, ਟੀਕੇ ਲਾਈਏ ਤਾਂ ਵੀ ਗੱਭਣਾ ਲੱਗ ਜਾਂਦੀਆਂ। ਠੀਕ ਹੈ, ਆਟੋਮੈਟਿਕਲੀ ਆਪਣੇ ਆਪ ਹੀ। ਆਪਣੇ ਆਪ। ਠੀਕ ਹੋ ਗਿਆ। ਖੁੱਲੀਆਂ ਛੱਡੋ ਵਿੱਚ ਠੰਡਾ ਹੋਏ ਲੱਗ ਜਾਂਦਾ। ਠੀਕ ਹੋ ਗਿਆ। ਅੱਛਾ, ਸੂਈ ਮੱਝ ਨੂੰ ਕਿਹੜੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਤਾਂ ਕਿ ਉਹ ਦੁੱਧ ਜ਼ਿਆਦਾ ਦੇ? ਸਿਆਲ ਦੇ ਵਿੱਚ ਉਹਨਾਂ ਨੂੰ ਮਸਾਲਾ ਦੇਣਾ ਚਾਹੀਦਾ। ਮਈਆਂ ਨੂੰ ਮਸਾਲਾ ਦਈਏ ਸਿਆਲ ਦੇ ਵਿੱਚ, ਠੀਕ ਹੈ, ਫਿਰ ਦੁੱਧ ਮਈਆਂ ਜ਼ਿਆਦਾ ਦੇਣੀਆਂ ਨੇ। ਠੀਕ ਹੋ ਗਿਆ। ਇਹ ਬਿਹਤਰ ਇਹਦੇ ਵਾਸਤੇ ਹਦਾਇਤ ਨੇ। ਹਾਂਜੀ ਦੋਸਤੋ, ਤੁਹਾਨੂੰ ਬਹੁਤ ਹੀ ਮਾਲੂਮਾਤੀ ਹਰ ਬਿਮਾਰੀ ਦੇ ਲਿਹਾਜ਼ ਨਾਲ ਜਿਹੜਾ ਨਾ ਉਹਦਾ ਦੇਸੀ ਵੀ ਔਰ ਡਾਕਟਰੀ ਵੀ ਇਲਾਜ ਦੱਸਿਆ ਗਿਆ। ਅੱਛਾ, ਇਹ ਜਿਹੜਾ ਨੈਚੁਰਲ ਇਲਾਜ ਹੈ ਦਵਾਈਆਂ ਨਾਲ ਜਾਂ ਟੀਕਿਆਂ ਨਾਲ, ਹੁਣ ਤੇ ਮੈਂ ਇਹ ਸਮਝਣਾ ਕਿ ਦੌਰ ਐਸਾ ਆ ਗਿਆ ਕਿ ਨੈਚੁਰਲ ਚੀਜ਼ਾਂ ਨਾਲੋਂ ਆਰਟੀਫੀਸ਼ੀਅਲ ਜ਼ਿਆਦਾ ਅਸਰ ਰੱਖਦੀਆਂ ਨੇ ਪਈਆਂ। ਹਾਂ, ਬਿਲਕੁਲ ਦਰੁਸਤ। ਠੀਕ ਹੋ ਗਿਆ। ਅੱਛਾ, ਜਿਹੜੇ ਡਾਕਟਰ ਵਗੈਰਾ ਹੁੰਦੇ ਨੇ, ਹਾਂਜੀ, ਉਹ ਆਪ ਹੀ ਡੇਅਰੀ ਫਾਰਮਿੰਗ ਤੇ ਆਈ ਜਾਂਦੇ ਨੇ ਜਾਂ ਉਹਨਾਂ ਨੂੰ ਬੁਲਾਉਣਾ ਪੈਂਦਾ? ਬੁਲਾਉਣਾ ਪੈਂਦਾ। ਬੁਲਾਉਣਾ ਪੈਂਦਾ। ਬੁਲਾਉਣਾ ਪੈਂਦਾ। ਠੀਕ ਹੈ। ਪਹਿਲਾਂ ਕੋਏ ਤੇ ਆ ਵੀ ਜਾਂਦੇ ਨੇ। ਅੱਛਾ, ਉਹ ਪੈਸੇ ਲੈਂਦੇ ਨੇ? ਪੈਸੇ ਲੈਂਦੇ ਹਰ ਕੰਮ ਦੇ? ਹਰ ਕੰਮ ਦੇ। ਠੀਕ ਹੈ। ਅੱਛਾ, ਗਵਰਨਮੈਂਟ ਨੂੰ ਕੀ ਤੁਸੀਂ ਪੈਗਾਮ ਦੇਣਾ ਚਾਹੋਗੇ ਕਿ ਜਿਹੜੇ ਡਾਕਟਰ ਕਮ ਅਜ਼ ਕਮ ਡੇਅਰੀ ਫਾਰਮਿੰਗ ਲਈ ਨੇ ਉਹ ਫ੍ਰੀ ਆ ਕੇ ਚੈੱਕਅਪ ਕਰਕੇ ਜਾਣ ਕਰਨ? ਕੋਈ ਡਾਕਟਰ ਨਹੀਂ ਫ੍ਰੀ ਚੈੱਕਅਪ ਕਰਦਾ। ਕੋਈ ਡਾਕਟਰ ਨਹੀਂ ਫ੍ਰੀ ਚੈੱਕਅਪ ਕਰਦਾ। ਦੋਸਤੋ, ਗਵਰਨਮੈਂਟ ਅੱਗੇ ਇਹ ਦਰਖਾਸਤ ਹੈ ਸਾਰੇ ਹੀ ਕਿਸਾਨ ਵੀਰਾਂ ਦੀ, ਬਹੁਤ ਹੀ ਜ਼ਿਆਦਾ ਮੁਫੀਦ ਇੰਟਰਵਿਊ ਲੈ ਚੁੱਕੇ ਆ ਤੇ ਸਾਰੇ ਦੋਸਤਾਂ ਦੀ ਇਹ ਰਿਕੁਐਸਟ ਹੁੰਦੀ ਹੈ ਕਿ ਕਮ ਅਜ਼ ਕਮ ਗਵਰਨਮੈਂਟ ਨੇ ਡਾਕਟਰਾਂ ਨੂੰ ਜਿਹੜਾ ਨਾ ਉਹ ਤਨਖਾਹ ਦਿੰਦੀ ਹੈ, ਉਹ ਆਪਣੇ ਆਪ ਆ ਕੇ ਡੇਅਰੀ ਫਾਰਮਿੰਗ ਤੇ ਆਪਣਾ ਚੈੱਕਅਪ ਕਰਕੇ ਜਾਣ ਕਰਨ, ਡੰਗਰਾਂ ਦਾ, ਮੱਝਾਂ ਦਾ, ਗਾਵਾਂ ਦਾ, ਕੱਟਿਆਂ ਦਾ, ਵੱਛਿਆਂ ਦਾ, ਘੋੜਿਆਂ ਦਾ, ਕਿ ਇਹ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਨਾ, ਕਿਹੜੀਆਂ ਬਿਮਾਰੀਆਂ ਆਈਆਂ ਨੇ, ਤਾਂ ਕਿ ਪਾਕਿਸਤਾਨ ਵੀ ਦੁੱਧ ਜਾਂ ਜਾਨਵਰਾਂ ਨੂੰ ਇੰਪੋਰਟ ਐਕਸਪੋਰਟ ਦੇ ਵਿੱਚ ਅੱਗੇ ਜਾ ਸਕੇ। ਲੇਕਿਨ ਇਹ ਬਿਲਕੁਲ ਹੀ 0 ਪੁਆਇੰਟ ਹੈ। ਜਿਹੜੇ ਡਾਕਟਰ ਆਉਂਦੇ ਨੇ ਉਹ ਸਿਰਫ ਚੈਕਿੰਗ ਕਰਨ ਦੇ ਹਜ਼ਾਰਾਂ ਰੁਪਏ ਲੈਂਦੇ ਨੇ। ਤੇ ਦੋਸਤਾਂ ਅੱਗੇ ਰਿਕਵੈਸਟ ਹੈ ਕਿ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਅਸੀਂ ਆਪਣੇ ਕਾਇਦ ਤੱਕ, ਆਪਣੇ ਪ੍ਰਾਈਮ ਮਿਨਿਸਟਰ ਤੱਕ ਇਹ ਪੈਗਾਮ ਪਹੁੰਚਾ ਸਕੀਏ ਕਿ ਕਮ ਅਜ਼ ਕਮ ਡਾਕਟਰ ਆਉਣ ਤੇ ਆ ਕੇ ਚੈੱਕਅਪ ਕਰਨ। ਬਹੁਤ ਹੀ ਸ਼ੁਕਰੀਆ।